ਏਕ ਓੰਕਾਰ ਸਤਨਾਮ। ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਵੀਡੀਓ 'ਚ ਸਾਹਿਬ ਜੀ ਸਰਦਾਰ ਸੁਰਜੀਤ ਸਿੰਘ ਜੀ ਆਜ਼ਾਦ ਜੀ ਜਿਹੜੇ ਡਾਇਰੈਕਟਰ ਨੇ, ਬਾਬਾ ਬਘੇਲ ਸਿੰਘ ਸਿੱਖ ਹੈਰੀਟੇਜ ਮਿਊਜ਼ੀਅਮ ਦੇ ਜਿਹੜੇ ਡਾਇਰੈਕਟਰ ਨੇ, ਉਹਨਾਂ ਨੇ ਇੱਕ ਗੱਲ 'ਤੇ ਜ਼ੋਰ ਪਾਇਆ ਸੀ ਕਿ ਇੱਥੋਂ ਇਸ ਸੰਸਾਰ ਵਿੱਚ ਆ ਕੇ ਸਾਨੂੰ ਕੁਝ ਲਾਹਾ ਲੈ ਕੇ ਜਾਣਾ, ਫਾਇਦਾ ਲੈ ਕੇ ਜਾਣਾ ਹੈ। ਉਹ ਫਾਇਦਾ ਗੁਰਬਾਣੀ ਵਿੱਚ ਬਹੁਤ ਸਾਰੇ ਸ਼ਬਦਾਂ ਵਿੱਚ ਆਇਆ ਹੈ ਕਿ ਇਹ ਸੇਵਾ ਔਰ ਸਿਮਰਨ ਤੋਂ ਪ੍ਰਾਪਤ ਹੋ ਸਕਦਾ ਹੈ। ਇਹ ਸੇਵਾ ਔਰ ਸਿਮਰਨ ਤੋਂ ਕਿਸ ਤਰ੍ਹਾਂ ਪ੍ਰਾਪਤ ਹੋ ਸਕਦਾ ਹੈ, ਮੈਂ ਆਪ ਜੀ ਤੋਂ ਆਪ ਜੀ ਦੇ ਅੱਗੇ ਬੇਨਤੀ ਕਰਾਂਗਾ ਕਿ ਤੁਸੀਂ ਇਹਦੇ ਉੱਤੇ ਕੁਝ ਪ੍ਰਕਾਸ਼ ਪਾਉਣ ਦੀ ਕਿਰਪਾ ਕਰਨੀ। ਵੀਰ ਜੀ, ਗੁਰੂ ਨਾਨਕ ਦੇਵ ਜੀ ਨੇ ਜਿਹੜਾ ਸਾਨੂੰ ਜਿਹੜੀ ਸਿੱਖਿਆ ਦਿੱਤੀ ਹੈ ਨਾ, ਹਾਂਜੀ, ਉਹ ਬਹੁਤ ਹੀ ਸਰਲ ਹੈ। ਉਹਨਾਂ ਨੇ ਕਿਹਾ ਤੁਸੀਂ ਬਹੁਤੇ ਲੰਬੇ ਵਿਖਿਆਨ ਵਿੱਚ ਨਹੀਂ ਜਾਣਾ, ਅਗਰ ਤੁਸੀਂ ਸਰਲ ਤਰੀਕੇ ਨਾਲ ਆਪਣਾ ਜੀਵਨ ਜੀਓ ਤੇ ਤੁਸੀਂ ਉਸ ਪਰਮਾਤਮਾ ਦੀ ਪ੍ਰਾਪਤੀ ਕਰ ਸਕਦੇ ਹੋ। ਉਹ ਕੀ ਹੈ ਕਿ ਤੁਸੀਂ ਕਿਰਤ ਕਰਨੀ ਹੈ, ਜਿਹਦੇ ਅੰਦਰ ਕਿਸੇ ਕੋਲੋਂ ਖੋਇਆ ਹੋਇਆ ਨਾ ਹੋਵੇ, ਕਿਸੇ ਕੋਲੋਂ ਠੱਗਿਆ ਹੋਇਆ ਨਾ ਹੋਵੇ, ਕਿਸੇ ਕੋਲੋਂ ਮੰਗਿਆ ਹੋਇਆ ਨਾ ਹੋਵੇ। ਉਹ ਜਿਹੜੀ ਕਿਰਤ ਤੁਸੀਂ ਕਰਦੇ ਹੋ ਉਹਨੂੰ ਤੁਸੀਂ ਦੂਸਰਿਆਂ ਦੇ ਨਾਲ ਵੰਡੋ, ਦਾਨ ਨਹੀਂ ਵੰਡੋ, ਸ਼ੇਅਰ ਕਰੋ ਔਰ ਉਸ ਅਕਾਲ ਪੁਰਖ ਦਾ ਨਾਂ ਜਪੋ। ਨਾਂ ਜਪਣਾ ਬਹੁਤ ਵੱਡਾ। ਹੁਣ ਇਹ ਵੱਡੇ ਤਿੰਨ ਕੰਮ ਕਰਨ ਵਾਸਤੇ ਇਨਸਾਨ ਕੋਲ ਦੋ ਬੇਸਿਕ ਗੁਣ ਹੋਣੇ ਚਾਹੀਦੇ ਨੇ। ਹਾਂਜੀ, ਉਹ ਬੇਸਿਕ ਗੁਣ ਕੀ ਨੇ? ਇੱਕ ਉਹਦੇ ਕੋਲ ਅਧਿਆਤਮਿਕ ਸ਼ਕਤੀ ਹੋਣੀ ਚਾਹੀਦੀ ਹੈ, ਇੱਕ ਉਹਦੇ ਕੋਲ ਸਰੀਰਕ ਸ਼ਕਤੀ ਹੋਣੀ ਚਾਹੀਦੀ ਹੈ, ਇੱਕ ਉਹਦੇ ਕੋਲ ਗਿਆਨ ਹੋਣਾ ਚਾਹੀਦਾ ਹੈ, ਇੱਕ ਉਹਦੇ ਕੋਲ ਸਰੀਰਕ ਬਲ ਹੋਣਾ ਚਾਹੀਦਾ ਹੈ। ਅਰਥਾਤ ਇੱਕ ਉਹ ਸੰਤ ਹੋਣਾ ਚਾਹੀਦਾ ਹੈ ਤੇ ਇੱਕ ਉਹ ਸਿਪਾਹੀ ਹੋਣਾ ਚਾਹੀਦਾ ਹੈ। ਤੇ ਦੂਸਰੀ ਗੱਲ ਉਹਨਾਂ ਨੇ ਕੀਤੀ ਕਿ ਤੁਸੀਂ ਸੰਤ ਸਿਪਾਹੀ ਬਣ ਜਾਓ। ਸੰਤ ਹੋਵੋਗੇ ਤੇ ਤੁਸੀਂ ਗਿਆਨਵਾਨ ਹੋਵੋਗੇ, ਤੁਸੀਂ ਆਪਣੇ ਗਿਆਨ ਦੀ ਵਰਤੋਂ ਕਰਕੇ ਚੰਗੇ ਕੰਮ ਕਰੋਗੇ। ਸਿਪਾਹੀ ਹੋਵੋਗੇ, ਤੁਹਾਡੇ ਕੋਲੋਂ ਦਬਾਅ ਤੇ ਥੱਲੇ ਤੁਹਾਨੂੰ ਡਰਾ ਕੇ ਧਮਕਾ ਕੇ ਕੋਈ ਤੁਹਾਡੇ ਕੋਲੋਂ ਗਲਤ ਕੰਮ ਨਹੀਂ ਕਰਾ ਸਕੇਗਾ। ਜੇ ਤੁਹਾਡੇ ਕੋਲ ਗਿਆਨ ਹੋਏਗਾ ਤੁਸੀਂ ਕਿਸੇ ਦੇ ਨਾਲ ਬਦਤਮੀਜ਼ੀ ਨਹੀਂ ਕਰੋਗੇ। ਜੇ ਤੁਹਾਡੇ ਕੋਲ ਬਲ ਹੋਏਗਾ ਤਾਂ ਕੋਈ ਤੁਹਾਡੇ ਨਾਲ ਨਹੀਂ ਕਰ ਸਕੇਗਾ। ਜੇ ਤੁਹਾਡੇ ਕੋਲ ਗਿਆਨ ਹੋਏਗਾ ਤਾਂ ਤੁਸੀਂ ਕਿਸੇ ਦੇ ਉੱਤੇ ਅਤਿਆਚਾਰ ਨਹੀਂ ਕਰੋਗੇ, ਤੇ ਜੇ ਤੁਹਾਡੇ ਕੋਲ ਬਲ ਹੋਏਗਾ ਤਾਂ ਕੋਈ ਤੁਹਾਡੇ ਤੇ ਅਤਿਆਚਾਰ ਨਹੀਂ ਕਰੇਗਾ। ਤੇ ਫਿਰ ਉਹਨਾਂ ਨੇ ਕਿਹਾ ਤੁਸੀਂ ਬਣ ਜਾਓ ਸੰਤ ਸਿਪਾਹੀ। ਉਹਦੇ ਵਾਸਤੇ ਸੰਤ ਸਿਪਾਹੀ ਬਣਨ ਵਾਸਤੇ ਸਾਨੂੰ ਉਹਨਾਂ ਨੇ ਦਿੱਤੀ ਬਾਣੀ, ਜਿਹੜੀ ਸਾਨੂੰ ਸੰਤ ਬਣਾਏਗੀ, ਬਾਣਾ ਜਿਹੜਾ ਸਾਨੂੰ ਸਿਪਾਹੀ ਬਣਾਉਂਦਾ। ਉਹਨਾਂ ਨੇ ਦਿੱਤੀ ਸਾਨੂੰ ਸ਼ਕਤੀ ਤੇ ਭਗਤੀ। ਉਹਨਾਂ ਨੇ ਦਿੱਤੀ ਸਾਨੂੰ ਸੰਗਤ ਤੇ ਪੰਗਤ। ਸੰਗਤ ਸਾਡਾ ਗਿਆਨ ਵਧਾਏਗੀ, ਪੰਗਤ ਸਾਡੇ ਸਰੀਰਕ ਗਿਆਨ। ਉਹਨਾਂ ਨੇ ਦਿੱਤੀ ਸਾਨੂੰ ਸੇਵਾ ਔਰ ਸਿਮਰਨ। ਇਹ ਬਿਲਕੁਲ ਇਸ ਤਰ੍ਹਾਂ ਹੈ ਕਿ ਅਗਰ ਕਿਸੇ ਬੱਚੇ ਨੂੰ ਤੁਸੀਂ ਪੁੱਛੋ ਨਾ ਕਿ ਤੂੰ ਆਪਣਾ ਸਰੀਰ ਬਣਾਉਣਾ ਹੈ, ਬੋਡੀ ਬਣਾਉਣੀ ਹੈ, ਤੇ ਤੂੰ ਕੀ ਕਰੇਗਾ? ਉਹ ਕਹੇਗਾ ਜੀ ਮੈਂ ਜਿਮ ਜਾ ਕੇ ਵੇਟ ਲਿਫਟਿੰਗ ਕਰਾਂਗਾ। ਜਿਮ ਜਾ ਕੇ ਵੇਟ ਲਿਫਟਿੰਗ ਕਰਨ ਨਾਲ ਨਹੀਂ ਹੋਏਗਾ। ਜੇ ਜਿਮ ਜਾ ਕੇ ਤੁਸੀਂ ਵੇਟ ਲਿਫਟਿੰਗ ਕਰੋਗੇ ਔਰ ਉਹਦੇ ਮੁਤਾਬਿਕ ਖੁਰਾਕ ਨਹੀਂ ਖਾਓਗੇ, ਹਾਂਜੀ, ਤੇ ਫਿਰ ਤੁਹਾਡਾ ਸਰੀਰ ਨਹੀਂ ਬਣੇਗਾ। ਕਿਉਂ? ਤੁਹਾਡੇ ਅੰਦਰ ਜਿਹੜਾ ਫੈਟ ਹੈ ਉਹ ਗਲ ਜਾਏਗਾ, ਤੁਸੀਂ ਰੋਗੀ ਹੋ ਜਾਓਗੇ। ਹਾਂਜੀ, ਤੇ ਜੇ ਤੁਸੀਂ ਬਹੁਤ ਸਾਰੀ ਖੁਰਾਕ ਖਾਣ ਪੈ ਗਏ ਹੋ ਪਰ ਤੁਸੀਂ ਕਸਰਤ ਨਹੀਂ ਕਰ ਰਹੇ, ਹਾਂਜੀ, ਤੇ ਫਿਰ ਕੀ ਹੋਏਗਾ? ਤੁਹਾਡਾ ਕੋਲੇਸਟ੍ਰੋਲ ਵੱਧ ਜਾਏਗਾ, ਤੁਹਾਡਾ ਫੈਟ ਵੱਧ ਜਾਏਗਾ, ਤੁਸੀਂ ਰੋਗੀ ਹੋ ਜਾਏਗਾ। ਦੋ ਹੀ ਪਰਿਸਥਿਤੀਆਂ ਵਿੱਚ ਤੁਸੀਂ ਰੋਗੀ ਹੋ ਜਾਓਗੇ ਜੇ ਤੁਸੀਂ ਉਹਦਾ ਬੈਲੈਂਸ ਠੀਕ ਨਹੀਂ ਰੱਖੋਗੇ। ਇਸੇ ਤਰੀਕੇ ਨਾਲ ਜੇ ਅਸੀਂ ਸੇਵਾ ਕਰਾਂਗੇ, ਹਾਂਜੀ, ਔਰ ਸਿਮਰਨ ਨਹੀਂ ਕਰਾਂਗੇ ਤੇ ਹੋਮੇ ਦਾ ਰੋਗ ਆ ਜਾਏਗਾ। ਤੁਸੀਂ ਦੇਖਿਆ ਹੋਵੇਗਾ ਕਿ ਸੇਵਾਦਾਰ ਜ਼ਿਆਦਾ ਹੋਮੇ ਹੋ ਜਾਂਦੇ, ਮੈਂ ਇੰਨੀ ਸੇਵਾ ਕਰਦਾ ਜੀ, ਮੈਂ ਇੰਨੀ ਸੇਵਾ। ਔਰ ਜੇ ਤੁਸੀਂ ਸਿਮਰਨ ਕਰੋਗੇ ਔਰ ਹੱਥੀਂ ਸੇਵਾ ਨਹੀਂ ਕਰੋਗੇ ਫਿਰ ਵੀ ਰੋਗੀ ਹੋ ਜਾਓਗੇ। ਆਪਣੇ ਗਿਆਨ ਦਾ ਤੁਹਾਨੂੰ ਅਹੰਕਾਰ ਹੋ ਜਾਏਗਾ। ਤੇ ਅਗਰ ਤੁਸੀਂ ਇੱਕ ਖਾਲਸ ਇਨਸਾਨ ਬਣਨਾ ਚਾਹਦੇ ਹੋ ਤਾਂ ਤੁਹਾਡੇ ਅੰਦਰ ਸੇਵਾ ਵੀ ਹੋਣੀ ਚਾਹੀਦੀ ਹੈ ਔਰ ਸਿਮਰਨ ਵੀ ਹੋਣਾ ਚਾਹੀਦਾ। ਜਿੰਨਾ ਤੁਸੀਂ ਸਿਮਰਨ ਕਰਦੇ ਹੋ ਉਸੇ ਅਨੁਸਾਰ ਤੁਸੀਂ ਸੇਵਾ ਵੀ ਕਰੋ ਹੱਥੀਂ, ਔਰ ਜਿੰਨੀ ਤੁਸੀਂ ਹੱਥੀਂ ਸੇਵਾ ਕਰਦੇ ਹੋ ਉਸੇ ਹਿਸਾਬ ਨਾਲ ਤੁਸੀਂ ਸਿਮਰਨ ਵੀ ਕਰੋ। ਉਹ ਕੀ ਰਿਹਾ, ਜਿਹੜੇ ਸਾਡੇ ਸੇਵਾਦਾਰ ਨੇ ਇਹ ਸੇਵਾ ਬਹੁਤ ਕਰਦੇ ਨੇ, ਸਿਮਰਨ ਨਹੀਂ ਕਰਦੇ। ਤੇ ਜਿਹੜੇ ਸਾਡੇ ਭਾਈ ਨੇ, ਰਾਗੀ ਨੇ, ਟਾਡੀ ਨੇ, ਗਿਆਨੀ ਨੇ, ਜਾਂ ਵੈਸੇ ਜਿਹੜੇ ਬਾਣੀ ਨਾਲ ਜੁੜੇ ਹੋਏ ਨੇ, ਉਹ ਬਾਣੀ ਤਾਂ ਬਹੁਤ ਪੜ੍ਹਦੇ ਨੇ, ਹੱਥੀਂ ਸੇਵਾ ਨਹੀਂ ਕਰਦੇ, ਤੇ ਉਹ ਕਿਧਰੇ ਕਿਤੇ ਤਰੁੱਟੀ ਰਹਿ ਜਾਂਦੀ ਹੈ। ਇਸ ਕਰਕੇ ਸੇਵਾ ਔਰ ਸਿਮਰਨ ਦਾ ਉਸੇ ਤਰੀਕੇ ਨਾਲ ਮਹੱਤਵ ਹੈ ਜਿਸ ਤਰ੍ਹਾਂ ਡਾਈਟ ਔਰ ਐਕਸਰਸਾਈਜ਼ ਦਾ ਸਰੀਰ ਵਾਸਤੇ ਹੈ, ਸੇਵਾ ਔਰ ਸਿਮਰਨ ਦਾ ਆਤਮਾ ਵਾਸਤੇ ਹੈ। ਤੇ ਇਸੇ ਕਰਕੇ ਗੁਰੂ ਮਹਾਰਾਜ ਨੇ ਸਾਨੂੰ ਕਿਹਾ ਕਿ ਤੁਸੀਂ ਅਗਰ 5 ਬਾਣੀਆਂ ਰੋਜ਼ ਪੜ੍ਹ ਲਓ ਨਾ, ਹਾਂਜੀ, ਇਹ 5 ਬਾਣੀਆਂ ਜਿੱਧਰ ਤੁਹਾਡੀ ਆਧਿਆਤਮਿਕ ਗਰੋਥ ਕਰਨਗੀਆਂ, ਤੁਹਾਡੀ ਆਤਮਾ ਨੂੰ ਵਧਾਉਣਗੀਆਂ, ਉੱਥੇ ਹੀ ਤੁਹਾਡੇ ਜਿਹੜੇ ਵਿਕਾਰ ਨੇ ਇਹਨਾਂ ਨੂੰ ਦੂਰ ਕਰਨਗੇ। 5 ਵਿਕਾਰਾਂ ਦੇ ਉੱਤੇ ਇਹ 5 ਬਾਣੀਆਂ ਉਹਨਾਂ ਨੇ ਦਿੱਤੀਆਂ। 5 ਬਾਣੀਆਂ ਅਸੀਂ ਅਗਰ ਰੋਜ਼ ਪੜ੍ਹਾਂਗੇ ਤੇ ਆਸਤੇ ਆਸਤੇ ਸਾਡੇ ਵਿੱਚੋਂ ਵਿਕਾਰ ਜਿਹੜੇ ਨੇ ਕੱਟਣਗੇ। ਵਿਕਾਰ ਜਦ ਸਾਡੇ ਕੱਟ ਜਾਣਗੇ ਤੇ ਸਾਡੀ ਮਨ ਦੀ ਜਿਹੜੀ ਸ਼ਕਤੀ ਹੈ ਉਹ ਘੱਟ ਹੋ ਜਾਏਗੀ, ਮਨ ਸਾਡਾ ਕਮਜ਼ੋਰ ਹੋ ਜਾਏਗਾ ਔਰ ਆਤਮਾ ਸਾਡੀ ਬਲਵਾਨ ਹੋ ਜਾਏਗੀ। ਤੇ ਅਸੀਂ ਫਿਰ ਉਹ ਆਤਮਾ ਇਸ ਮਨ ਨੂੰ ਜਿੱਤ ਲੇਗੀ ਤੇ ਫਿਰ ਹੋ ਜਾਏਗਾ ਅਧਿਆਤਮਿਕ ਸ਼ਕਤੀ ਨਾਲ, ਤੇ ਮਨ ਜਿੱਤੇ ਜਗ ਜੀਤ।
ਹੁਣ ਇਹ ਪੰਜੋ ਬਾਣੀਆਂ ਇसी ਸੀਕੁਐਂਸ ਵਿੱਚ ਦਿੱਤੀਆਂ ਗਈਆਂ ਨੇ। ਦੇਖੋ ਤੁਹਾਨੂੰ ਮੈਂ ਇੱਕ ਵਾਰ ਪਹਿਲੇ ਵੀ ਦੱਸਿਆ ਸੀ ਕਿ ਕਾਮ ਜਿਹੜਾ ਹੈ ਉਹ ਸਾਰੇ ਹੀ ਪ੍ਰਾਣੀਆਂ ਵਿੱਚ ਹੈ। ਹਾਂਜੀ 100% ਪ੍ਰਾਣੀਆਂ ਵਿੱਚ ਕਾਮ ਹੈ। ਫਿਰ ਉਸ ਤੋਂ ਬਾਅਦ ਹੈ ਕ੍ਰੋਧ, ਉਹਦੇ ਵਿੱਚੋਂ 20-25% ਪ੍ਰਾਣੀ ਵਾਂਝੇ ਰਹਿ ਜਾਂਦੇ ਨੇ ਜਿਨ੍ਹਾਂ ਕੋਲ ਇੰਦਰੀਆਂ ਨਹੀਂ ਹੁੰਦੀਆਂ। ਬਨਸਪਤੀ ਹੋ ਗਈ, ਕੈਂਚਵਾ ਹੋ ਗਿਆ, ਅਮੀਬਾ ਹੋ ਗਿਆ। ਫਿਰ ਇਸ ਤਰ੍ਹਾਂ ਹੀ ਹੈ ਲੋਭ, ਉਹਦੇ ਵਿੱਚੋਂ ਕੁਝ ਹੋਰ ਪ੍ਰਾਣੀ ਨਿਕਲ ਜਾਂਦੇ ਨੇ। ਲੋਭ ਔਰ ਮੋਹ ਇਸ ਤਰ੍ਹਾਂ। ਤੇ ਮੋਹ ਜਿਹੜਾ ਹੈ ਉਹ ਕੇਵਲ ਔਰ ਕੇਵਲ ਇਨਸਾਨ 'ਤੇ ਹੈ। ਤੇ ਜਪਜੀ ਸਾਹਿਬ ਜਿਹੜੀ ਹੈ ਪਹਿਲੀ ਬਾਣੀ ਉਹ ਮੋਹ ਨੂੰ ਖਤਮ ਕਰਦੀ ਹੈ। ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਹੀਂ ਕੋਈ, ਨਾਨਕ ਹੁਕਮੇ ਜੇ ਬੁਝੈ ਤੈ ਹੋਮੇ ਕਹਿ ਨ। ਜੇ ਤੁਸੀਂ ਇਸ ਗੱਲ ਨੂੰ ਸਮਝ ਜਾਓਗੇ ਜੋ ਜਪਜੀ ਸਾਹਿਬ ਦੱਸ ਰਿਹਾ, ਫਿਰ ਤੁਹਾਡੇ ਵਿੱਚੋਂ ਹੋਮੇ ਨਿਕਲ ਜਾਏਗੀ। ਇਹ ਹੋਮੇ ਦੇ ਉੱਤੇ ਆਸਤੇ ਆਸਤੇ ਰੋਜ਼ ਨਿਤ ਤੁਸੀਂ ਇਹਦਾ ਪੜ੍ਹੋਗੇ, ਇਹਨੂੰ ਸਮਝੋਗੇ, ਗਾਵੀਏ, ਸੁਣੀਏ, ਮਨ ਰੱਖੀਏ, ਪਾਓ ਇਹਦਾ ਪਾਓ, ਮਨ ਵਿੱਚ ਰੱਖੋਗੇ ਤੇ ਤੁਹਾਡੀ ਹੋਮੇ ਚਲੀ ਜਾਏਗੀ। ਦੂਸਰੀ ਬਾਣੀ ਹੈ ਸਾਡੀ ਜਾਪ ਸਾਹਿਬ। ਹਾਂਜੀ। ਤੇ ਦੂਸਰਾ ਥੱਲੋਂ ਆਉਂਦਾ ਮੋਹ। ਮੋਹ ਕਹਿੰਦਾ ਮੇਰਾ ਮੇਰਾ ਮੇਰਾ, ਜੋ ਚੀਜ਼ ਮੇਰੀ ਹੈ ਉਹਦੇ ਨਾਲ ਮੋਹ ਹੈ ਨਾ। ਤੇ ਜਾਪ ਸਾਹਿਬ ਕਹਿੰਦਾ ਤੇਰਾ ਕੁਝ ਵੀ ਨਹੀਂ ਹੈ, ਸਭ ਕੁਝ ਉਸ ਕਰਤੇ ਦਾ। ਨਮੋ ਸੂਰਜੇ, ਨਮੋ ਚੰਦਰ ਚੰਦਰ, ਨਮੋ ਅੰਧਕਾਰੇ, ਨਮੋ ਤੇਜ ਤੇਜੇ। ਉਹਦੇ ਕਹਿੰਦਾ ਨਾਇਕ ਵੀ ਉਹਦੇ ਨੇ, ਖਲਨਾਇਕ ਵੀ ਉਹਦੇ ਨੇ, ਅੰਧੇਰਾ ਵੀ ਉਹਦਾ, ਉਜਾਲਾ ਵੀ ਉਹਦਾ। ਉਹ ਪਰਮਾਤਮਾ ਹੈ ਜਿਹਦਾ ਸਾਰਾ ਕੁਝ ਹੈ, ਤੇਰਾ ਕੁਝ ਵੀ ਨਹੀਂ ਹੈ। ਅਗਰ ਜਾਪ ਸਾਹਿਬ ਨੂੰ ਅਸੀਂ ਕੰਠ ਕਰਕੇ ਰੋਜ਼ ਪੜਾਂਗੇ ਤਾਂ ਸਾਡੇ ਵਿੱਚੋਂ ਮੋਹ ਨਿਕਲੇਗਾ। ਤੀਸਰੀ ਬਾਣੀ ਜਿਹੜੀ ਹੈ ਉਹ ਹੈ ਸੋਈਏ। ਹਾਂਜੀ। ਔਰ ਤੀਸਰੀ ਬਾਣੀ ਹੈ ਇਧਰ ਲੋਭ। ਲੋਭ ਜਿੰਨਾ ਹੈ ਹੋਰ ਹੋ ਜਾਏ, ਜਿਹੜਾ ਹੈ ਅਗਰ ਇੱਕ ਹੈ ਤਾਂ ਦੋ ਹੋ ਜਾਣ, ਅਗਰ ਦੋ ਹਨ ਤਾਂ ਚਾਰ ਹੋ ਜਾਣ, ਇਹ ਹੈ ਲੋਭ। ਤੇ ਉਹ ਕਹਿੰਦੇ ਨੇ ਤੂੰ ਕੀ ਹੈ, ਵੱਡੇ ਵੱਡੇ ਮਾਤੇ ਮਤੰਗ ਜਰੇ ਜਰ ਸੰਗ, ਜਿਹੜੇ ਵੱਡੇ ਵੱਡੇ ਰਾਜੇ ਮਹਾਰਾਜੇ ਜਿਨ੍ਹਾਂ ਦੇ ਅੱਗੇ ਢੋਲ ਨਗਾੜੇ ਵੱਜਦੇ ਸੀ, ਉਹ ਵੀ ਕੀ ਹੋਇਆ, ਅੰਤ ਕੋ ਨਾਂਗੇ ਹੀ ਪਾਏ ਪਧਾਰੇ। ਨੰਗੇ ਪੈਰ ਵੀ ਨਹੀਂ ਜਾ ਸਕੇ ਨਾਲ, ਨੰਗੇ ਪੈਰ ਹੀ ਚਲੇ ਗਏ। ਤੇ ਇਸ ਕਰਕੇ ਲੋਭ ਕਰਨ ਦੀ ਲੋੜ ਨਹੀਂ, ਜੋ ਕੁਝ ਹੈ ਇੱਥੇ ਹੀ ਰਹਿ ਜਾਣਾ। ਇਹ ਤੀਸਰੀ ਬਾਣੀ ਸਾਨੂੰ ਲੋਭ ਨੂੰ ਸਾਡੇ ਨਿਯੰਤਰਣ ਕਰੇਗੀ। ਚੌਥੀ ਬਾਣੀ ਹੈ ਅਰਦਾਸ। ਔਰ ਅਰਦਾਸ ਹੈ ਚਮਤਕਾਰ ਤੋਂ, ਚਮਤਕਾਰ ਦੇ ਨਾਲ ਅਰਦਾਸ ਹੁੰਦੀ ਹੈ। ਤੇ ਚੌਥੀ ਜਿਹੜੀ ਹੈ ਸਾਡੇ ਵਿੱਚ ਹੈ ਕ੍ਰੋਧ। ਤੇ ਜੇ ਕ੍ਰੋਧ ਜਿਹੜਾ ਹੈ ਉਹਨੂੰ ਅਗਰ ਤੁਸੀਂ ਆਪਣੇ ਵਸ਼ ਵਿੱਚ ਕਰਨਾ ਤਾਂ ਤੁਹਾਨੂੰ ਅਰਦਾਸ ਕਰਨੀ ਪਏਗੀ। ਹਾਂਜੀ। ਤੇ ਚੌਥੀ ਬਾਣੀ ਹੈ ਅਮਰੀ ਕਰੋ ਹਾਥ ਦੇ ਰਛ। ਤੇ ਪੰਜਵੀਂ ਬਾਣੀ ਕਾਮ ਤੋਂ ਕੀ ਪ੍ਰਾਪਤੀ ਹੁੰਦੀ ਹੈ, ਆਨੰਦ ਦੀ। ਤੇ ਜੇ ਕਾਮ ਤੋਂ ਬਿਨਾ ਆਨੰਦ ਦੀ ਪ੍ਰਾਪਤੀ ਹੋ ਜਾਏ ਤਾਂ ਫਿਰ ਉਹ ਆਨੰਦ ਸਾਹਿਬ ਹੈ। ਆਨੰਦ ਪਿਆ ਮੇਰੀ ਮਾਏ ਸਤਿਗੁਰੂ ਜੀ। ਤੇ ਸਤਿਗੁਰੂ ਤੁਹਾਨੂੰ ਮਿਲੇਗਾ ਤਾਂ ਤੁਹਾਨੂੰ ਕਾਮ ਨਹੀਂ ਕਰਨਾ ਪਏਗਾ ਆਨੰਦ ਵਾਸਤੇ, ਤੁਹਾਨੂੰ ਬਿਨਾ ਕਾਮ ਤੋਂ ਆਨੰਦ ਆ ਜਾਏਗਾ। ਤੇ ਇਹ ਕਾਮ ਤੁਹਾਡੇ ਵਸ਼ ਵਿੱਚ ਆ ਜਾਏਗਾ। ਇਹ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਜਿਹੜੀਆਂ ਚਾਰ ਵਿਕਾਰ ਨੇ, ਇਹਨਾਂ ਨੂੰ ਇਹ ਘੱਟ ਕਰਦੀਆਂ ਨੇ ਚਾਰੋਂ ਬਾਣੀਆਂ। ਔਰ ਇਹ ਚਾਰ ਸਾਡੇ ਸਰੀਰ ਨੇ ਪੰਜ, ਉਹਨਾਂ ਦੇ ਵਾਸਤੇ ਨੇ। ਪਹਿਲਾ ਸਰੀਰ ਤੁਹਾਨੂੰ ਮੈਂ ਦੱਸਿਆ ਸੀ ਕਿ ਇਹ ਜਿਹੜਾ ਮਿੱਟੀ ਦਾ ਸਰੀਰ ਹੈ, ਇਹ ਜਿਹੜੀ ਪਹਿਲੀ ਬਾਣੀ ਹੈ ਉਹ ਇਹਦੇ ਨਾਲ ਹੀ ਪੜ੍ਹਨੀ, ਰਸਨਾ ਨਾਲ। ਇੱਕ ਦੂਜੀ ਬੋ ਲੱਖ ਹੋਵੇ, ਲੱਖ ਹੋਵੇ, ਲੱਖ 20, ਲੱਖ ਲੱਖ ਗੇੜਾ ਕੀ ਇੱਕ ਨਾਮ ਜਪਦੀ, ਇਹ ਰਸਨਾ ਨਾਲ ਪੜ੍ਹਨੀ। ਦੂਸਰਾ ਸਰੀਰ ਹੈ ਪ੍ਰਾਣਮਈ ਕੋਸ਼। ਤੇ ਉਹ ਫਿਰ ਦੂਸਰੀ ਬਾਣੀ ਜਿਹੜੀ ਹੈ ਉਹ ਜਾਪ ਸਾਹਿਬ ਹੈ। ਇੱਕ ਸ਼ਬਦ ਮੇਰੇ ਪ੍ਰਾਣ ਬਸਤ, ਉਹ ਪ੍ਰਾਣਾਂ ਵਿੱਚ ਚਲੀ ਗਈ। ਤੀਸਰੀ ਬਾਣੀ ਜਿਹੜੀ ਹੈ ਉਹ ਅੰਦਰ ਮਨ ਵਾਸਤੇ ਹੈ। ਤੇ ਉਹ ਲੋਭ ਜਿਹੜਾ ਹੈ ਉਹ ਮਨ ਦੀ ਅਵਸਥਾ ਹੈ। ਤੇ ਉਹ ਤੀਸਰੀ ਬਾਣੀ ਲੋਭ ਵਾਸਤੇ ਹੈ। ਚੌਥੀ ਬਾਣੀ ਜਿਹੜੀ ਉਹ ਚਮਤਕਾਰ ਵਾਸਤੇ ਹੈ, ਉਹ ਜਿਹੜੀ ਗੁਰੂ ਦੀ ਕਿਰਪਾ ਹੋਏਗੀ, ਬਖਸ਼ਿਸ਼ ਹੋਏਗੀ, ਉਹਦੇ ਵਾਸਤੇ ਹੈ। ਉਹ ਤੁਹਾਨੂੰ ਅਰਦਾਸ ਨਾਲ ਮਿਲੇਗੀ, ਉਹ ਤੁਹਾਨੂੰ ਪ੍ਰਾਰਥਨਾ ਨਾਲ ਮਿਲੇਗੀ। ਤੇ ਚੌਥੀ ਬਾਣੀ ਉਹ ਹੈ। ਤੇ ਪੰਜਵੀਂ ਬਾਣੀ ਆਨੰਦ, ਜਿੱਥੇ ਸਾਡੀ ਆਤਮਾ ਰਹਿੰਦੀ ਹੈ, ਜਿਹੜਾ ਸੱਚਖੰਡ ਹੈ, ਉਹ ਆਨੰਦ ਪ੍ਰਾਪਤੀ ਹੋਏਗੀ ਜਦ ਅਸੀਂ ਪੰਜਵੀਂ ਸਟੇਜ 'ਤੇ ਪਹੁੰਚਾਂ। ਇਹ ਪੰਜੋ ਬਾਣੀਆਂ ਪੰਜ ਅਧਿਆਤਮਿਕ ਸਟੇਜਾਂ ਨੇ, ਇੱਕ ਇੱਕ ਕਰਕੇ ਅਸੀਂ ਪਾਰ ਕਰਦੇ ਕਰਦੇ ਆਨੰਦ ਤੱਕ ਪਹੁੰਚਣਾ ਹੈ। ਸਰੀਰ ਤੋਂ ਸ਼ੁਰੂ ਕਰਨਾ ਹੈ, ਆਨੰਦ ਤੱਕ ਜਾਣਾ ਹੈ, ਇਹ ਹੀ ਸਾਡਾ ਲਕਸ਼ ਹੈ। ਬਹੁਤ ਸੋਹਣਾ। ਆਪ ਜੀ ਨੂੰ ਬਹੁਤ ਬਹੁਤ ਧੰਨਵਾਦ। ਬੜੇ ਸੋਹਣੇ ਗੁਰਬਾਣੀ ਦਾ ਇਹ ਅਰਥ ਜਿਹੜਾ ਦੱਸਦੇ ਨੇ, ਮੂਲਭੂਤ ਜਿਹੜਾ ਗੁਰੂ ਸਾਹਿਬ ਜੀ ਦੇ ਵਿਚਾਰ ਸਨ, ਇਹ ਉਹਨਾਂ ਨੂੰ ਇਲਾਬੋਰੇਟ ਕਰਦੇ ਨੇ। ਉਹਨਾਂ ਦੇ ਪ੍ਰਕਾਸ਼ ਜਿਹੜਾ ਇਹਨਾਂ ਦਾ ਪਾਉਣ ਦਾ ਇੱਕ ਅਨੋਖਾ ਢੰਗ ਹੈ। ਮੈਂ ਆਪ ਜੀ ਤੋਂ ਇਹ ਬੇਨਤੀ ਕਰਾਂਗਾ ਕਿ ਇੱਕ ਸ਼ਬਦ ਹੈ ਕਿ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ। ਇਹ ਸੰਗਤ ਵੀ ਜਾਣਨਾ ਚਾਹੇਗੀ। ਅੱਜ ਦੇ ਜਿਹੜੇ ਨਵੇਂ ਬੱਚੇ ਨੇ ਉਹ ਵੀ ਜਾਣਨਾ ਚਾਹਣਗੇ ਕਿ ਇਹ ਹੁਕਮ ਕੀ ਹੈ। ਆਪ ਜੀ ਕੋਲ ਬੇਨਤੀ ਹੈ ਕਿ ਤੁਸੀਂ ਇਸ ਹੁਕਮ 'ਤੇ ਕੁਝ ਪ੍ਰਕਾਸ਼ ਪਾਉਣ ਦੀ ਕੋਸ਼ਿਸ਼ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਦੇਖੋ, ਗੁਰੂ ਮਹਾਰਾਜ ਨੇ ਜਿਹਨੂੰ ਸਾਨੂੰ ਸਿੱਖਿਆ ਦਿੱਤੀ ਹੈ ਨਾ, ਉਹਨਾਂ ਨੇ ਜੀਵਨ ਦੇ ਔਰ ਉਸ ਕਰਤੇ ਦੇ ਰਹੱਸ ਸਾਨੂੰ ਦੱਸੇ ਨੇ। ਹਾਂਜੀ। ਕਰਤੇ ਨੇ ਜਿਹੜੀ ਸ੍ਰਿਸ਼ਟੀ ਰਚਾਈ ਹੈ ਨਾ, ਹਾਂਜੀ, ਅੱਜ ਸਾਇੰਸ, ਅੱਜ ਅਸੀਂ ਸਾਇੰਸ 500 ਸਾਲ ਪਹਿਲੇ ਤੇ ਸਾਇੰਸ ਨਹੀਂ ਸੀ, ਪਰ ਅੱਜ ਅਸੀਂ ਸਾਇੰਸ ਵਿੱਚ ਇਹ ਸਭ ਕੁਝ ਜਾਣ ਗਏ ਹਾਂ। ਸਾਇੰਸ ਨੇ ਗੁਰੂ ਨਾਨਕ ਦੀ ਸਾਰੀਆਂ ਗੱਲਾਂ ਨੂੰ ਪ੍ਰੂਵ ਕਰ ਦਿੱਤਾ ਹੈ ਕਿ ਇਹ ਸਾਰੀ ਸ੍ਰਿਸ਼ਟੀ ਇੱਕ ਨਿਯਮ ਨਾਲ ਚੱਲ ਰਹੀ ਹੈ, ਇੱਕ ਸਿਸਟਮ ਵਿੱਚ ਚੱਲ ਰਹੀ ਹੈ, ਇੱਕ ਫਾਰਮੂਲੇ ਤੇ ਚੱਲ ਰਹੀ ਹੈ। ਔਰ ਉਹ ਐਸੇ ਸਿਸਟਮ ਨੇ ਜਿਹੜੇ ਅਟੂਟ ਨੇ, ਕਦੀ ਬਦਲਦੇ ਨਹੀਂ, ਕਦੀ ਟੁੱਟਦੇ ਨਹੀਂ, ਉਹ ਇਕਲੇ ਰਹਿੰਦੇ ਨੇ ਹਮੇਸ਼ਾ। ਸ੍ਰਿਸ਼ਟੀ ਦੀ ਰਚਨਾ ਵੀ ਉਸ ਤਰ੍ਹਾਂ ਹੋਈ, ਉਹਦਾ ਪਾਲਨ ਵੀ ਉਸ ਤਰ੍ਹਾਂ ਹੋ ਰਿਹਾ, ਉਹਦੀ ਸਿਰਜਣਾ ਵੀ ਉਸ ਤਰ੍ਹਾਂ ਹੋ ਰਹੀ ਹੈ।
ਤੇ ਉਸ ਨੂੰ ਜਿਹਨੂੰ ਇਹ ਕਹਿੰਦੇ ਨੇ ਲਾਅ ਆਫ ਸਾਇੰਸ ਕਹਿ ਲਓ, ਲਾਅ ਆਫ ਨੇਚਰ ਕਹਿ ਲਓ, ਅਸੀਂ ਕਹਿੰਦੇ ਹਾਂ ਉਹ ਸਾਰੇ ਲਾਅ ਆਫ ਗੋਡ ਨੇ। ਉਹ ਸਾਰੇ ਕਰਤੇ ਦੇ ਨਿਯਮ ਨੇ। ਕਰਤੇ ਦੇ ਨਿਯਮ ਜਿਹੜੇ ਇਸ ਸ੍ਰਿਸ਼ਟੀ ਵਿੱਚ ਪ੍ਰਵੇਲ ਕਰ ਰਹੇ ਨੇ, ਜਿਹੜੇ ਇਸ ਸ੍ਰਿਸ਼ਟੀ ਵਿੱਚ ਵਰਤ ਰਹੇ ਨੇ, ਉਹਨਾਂ ਨੂੰ ਹੀ ਹੁਕਮ ਕਿਹਾ ਜਾਂਦਾ ਹੈ ਔਰ ਸਾਨੂੰ ਉਹ ਸਾਰੇ ਨਿਯਮਾਂ ਦਾ ਪਾਲਨ ਕਰਨਾ ਹੈ ਤੇ ਅਸੀਂ ਹੁਕਮ ਮੰਨਾਂਗੇ। ਇਹ ਸ੍ਰਿਸ਼ਟੀ ਦਾ ਇੱਕ ਨਿਯਮ ਹੈ, ਇੱਕ ਹੁਕਮ ਹੈ ਕਿ ਜਿਹੜਾ ਮਨੁੱਖ ਹੋਏਗਾ ਉਹਦੇ ਚਿਹਰੇ ਦੇ ਉੱਤੇ ਕੇਸ਼ ਹੋਣਗੇ ਜਿਨ੍ਹਾਂ ਨੂੰ ਅਸੀਂ ਦਾੜਾ ਕਹਿੰਦੇ ਆ, ਔਰ ਉਹਦੇ ਮੂੰਹ 'ਤੇ ਨਹੀਂ ਹੁੰਦੇ, ਇਸਤਰੀ ਦੇ ਮੂੰਹ 'ਤੇ ਨਹੀਂ ਹੁੰਦੇ। ਪਰ ਬਹੁਤ ਦਿਨ ਪਹਿਲੇ ਲੋਕ ਕਿਉਂਕਿ ਇਸਤਰੀਆਂ ਦੀ ਖੂਬਸੂਰਤੀ ਤੋਂ ਪ੍ਰਭਾਵਿਤ ਸੀ ਤੇ ਉਹ ਚਾਹੁੰਦੇ ਸੀ ਅਸੀਂ ਵੀ ਇਹ ਕੇਸ ਹਟਾ ਕੇ ਤੇ ਇਸਤਰੀ ਦੀ ਤਰ੍ਹਾਂ ਆਪਣਾ ਮੂੰਹ ਬਣਾ ਲਈਏ। ਤੇ ਗੁਰੂ ਨਾਨਕ ਨੇ ਕਹਿੰਦੇ ਇਹ ਅਕਾਲ ਪੁਰਖ ਦਾ ਅਟੂਟ ਨਿਯਮ ਹੈ, ਇਹਨੂੰ ਤੁਸੀਂ ਨਹੀਂ ਛੇੜਨਾ, ਇਹਦਾ ਤੁਸੀਂ ਪ੍ਰਕਾਸ਼ ਕਰਨਾ ਹੈ, ਇਹਨੂੰ ਤੁਸੀਂ ਨਹੀਂ ਖੰਡਿਤ ਕਰਨਾ ਹੈ, ਤਾਂ ਕਿ ਤੁਸੀਂ ਇਹ ਦੱਸ ਸਕੋ ਕਿ ਅਸੀਂ ਉਸ ਅਕਾਲ ਪੁਰਖ ਦੇ ਹੁਕਮ ਨੂੰ ਮੰਨਦੇ ਹਾਂ। ਜਿਹੜੇ ਨਹੀਂ ਮੰਨਦੇ ਉਹ ਕੀ ਕਰਦੇ ਨੇ? ਰੋਜ਼ ਸ਼ੇਵ ਕਰਦੇ ਨੇ, ਰੋਜ਼ ਫਿਰ ਕੇਸ ਆ ਜਾਂਦੇ ਨੇ, ਰੋਜ਼ ਸ਼ੇਵ ਕਰਦੇ ਨੇ, ਰੋਜ਼ ਕੇਸ ਆ ਜਾਂਦੇ, ਸਾਰੀ ਜ਼ਿੰਦਗੀ ਸ਼ੇਵ ਕਰਦੇ ਰਹਿੰਦੇ ਨੇ। ਇੱਕ ਦਿਨ ਇਨਸਾਨ ਮਰ ਜਾਂਦਾ ਹੈ, ਪਰ ਮੁਰਦੇ ਨੂੰ ਵੀ ਮਰਨ ਤੋਂ ਬਾਅਦ 2 ਦਿਨ ਤੱਕ ਵਾਲ ਆਉਂਦੇ ਰਹਿੰਦੇ ਨੇ। ਉਹ ਕਹਿੰਦੇ ਨੇ ਹੁਣ ਸ਼ੇਵ ਕਰਕੇ ਦਿਖਾ ਪੁੱਤਰਾ। ਤੇ ਇਸ ਕਰਕੇ ਗੁਰੂ ਮਹਾਰਾਜ ਨੇ ਕਿਹਾ ਡੋਂਟ ਹੈਵ ਏ ਕੌਨਫਲਿਕਟ ਵਿਦ ਦ ਨੇਚਰ, ਡੋਂਟ ਹੈਵ ਏ ਫਾਈਟ ਵਿਦ ਦ ਨੇਚਰ, ਓਬੇ ਦ ਲਾਜ਼ ਆਫ ਨੇਚਰ ਐਜ਼ ਦੇ ਆਰ। ਸਵੇਰੇ ਉੱਠ ਜਾਓ ਜਿਸ ਟਾਈਮ ਸੂਰਜ ਉਗਦਾ ਹੈ, ਸ਼ਾਮੀ ਸੋ ਜਾਓ ਜਿਸ ਟਾਈਮ ਸੂਰਜ ਡੁੱਬਦਾ। ਸਾਰੇ ਪੰਛੀ ਇਹੀ ਕਰਦੇ ਨੇ, ਸਾਰੇ ਜੀਵ ਇਹੀ ਕਰਦੇ ਨੇ। ਮਨੁੱਖ ਹੀ ਉਹਦੇ ਵਿਮੁਖ ਹੋ ਗਿਆ ਨਾ, ਬਾਕੀ ਤਾਂ ਸਾਰੇ ਨਿਯਮ ਦੇ ਅਨੁਸਾਰ ਹੀ ਚੱਲ ਰਹੇ ਨੇ। ਪਾਣੀ ਜਿਹੜਾ ਹਮੇਸ਼ਾ ਉੱਪਰ ਤੋਂ ਥੱਲੇ ਆਏਗਾ, ਇਸ ਕਰਕੇ ਡਿਸਿਪਲਿਨ ਜਿਹੜਾ ਹੈ ਉਹ ਉੱਪਰ ਤੋਂ ਥੱਲੇ ਆਏਗਾ। ਜੋ ਤੁਸੀਂ ਬੀਜੋਗੇ ਉਹੀ ਤੁਹਾਨੂੰ ਮਿਲੇਗਾ, ਜਿਹੜੇ ਕਰਮ ਕਰੋਗੇ ਉਹੀ ਤੁਹਾਡੇ ਜੀਵਨ ਵਿੱਚ ਵਾਪਸ ਆਣਗੇ। ਇਹ ਸ੍ਰਿਸ਼ਟੀ ਦੇ ਜਿੰਨੇ ਨਿਯਮ ਨੇ ਇਹ ਸਾਰੇ ਦੇ ਸਾਰੇ ਜਿਹੜੇ ਨੇ ਇਹ ਅਟੂਟ ਨੇ, ਅਟਲ ਨੇ, ਔਰ ਇਹਨਾਂ ਨੂੰ ਪਰਖ ਕੇ ਇਹਨਾਂ ਨੂੰ ਆਪਣੇ ਜੀਵਨ ਵਿੱਚ ਜਿੰਨਾ ਅਸੀਂ ਧਾਰਨ ਕਰਾਂਗੇ ਉਨੇ ਅਸੀਂ ਪ੍ਰਭੂ ਦੇ ਕਰਤੇ ਦੇ ਨੇੜੇ ਹੋ ਜਾਵਾਂਗੇ। ਜਿਹੜਾ ਫਲਦਾਰ ਬੂਟਾ ਹੁੰਦਾ ਹੈ ਉਹ ਝੁਕਿਆ ਹੁੰਦਾ ਹੈ, ਜਿਹਦੇ ਅੰਦਰ ਗੁਣਵਾਨ ਵਿਅਕਤੀ ਹਮੇਸ਼ਾ ਹੰਬਲ ਹੋਏਗਾ। ਤੇ ਜਿਹੜੇ ਤ੍ਰਿੰਗ ਹੁੰਦੇ ਨੇ ਨਾ ਉਹ ਬਾਂਸ ਦੀ ਤਰ੍ਹਾਂ ਹੁੰਦੇ ਨੇ, ਔਰ ਜੰਗਲ ਵਿੱਚ ਜਦ ਵੀ ਅੱਗ ਲੱਗਦੀ ਹੈ ਉਹਦਾ ਕਾਰਨ ਉਹ ਬਾਂਸ ਹੁੰਦਾ ਹੈ। ਹਵਾ ਵਿੱਚ ਰਗੜ ਖਾਂਦਾ ਹੈ, ਉਹਦੇ 'ਚੋਂ ਅੱਗ ਪੈਦਾ ਹੁੰਦੀ ਹੈ, ਜੰਗਲ ਦੇ ਜੰਗਲ ਸਾੜ ਦਿੰਦਾ ਹੈ। ਇਸ ਕਰਕੇ ਜਿਹੜਾ ਤ੍ਰਿੰਗ ਔਰ ਅਕੜਿਆ ਹੋਇਆ ਪੰਦਾ ਹੁੰਦਾ ਹੈ ਉਹ ਸਮਾਜ ਦੇ ਅੰਦਰ ਅੱਗ ਲਾਉਣ ਦਾ ਕੰਮ ਕਰਦਾ ਹੈ। ਇਹ ਸਾਰੇ ਗੁਣ ਸਾਨੂੰ ਸ੍ਰਿਸ਼ਟੀ ਨੂੰ ਦੇਖ ਕੇ, ਔਰ ਜਿਹੜੇ ਹੁਕਮ ਨੇ, ਹੁਕਮ ਆਫ ਫਿਜ਼ਿਕਸ, ਹੁਕਮ ਆਫ ਜਿਹੜੇ ਲਾਅ ਆਫ ਫਿਜ਼ਿਕਸ, ਲਾਅ ਆਫ ਕੈਮਿਸਟਰੀ, ਲਾਅ ਆਫ ਬਾਇਓਲੋਜੀ, ਜਿੰਨੇ ਲਾਅਜ਼ ਨੇ ਇਹ ਸਾਰੇ ਬਣਾਏ ਕਿਨੇ ਨੇ? ਕਰਤੇ ਨੇ ਬਣਾਏ ਨੇ। ਇਸ ਸਾਰੀ ਚੀਜ਼ ਨੂੰ ਅਸੀਂ ਹੁਕਮ ਕਹਿੰਦੇ ਹਾਂ। ਇਸ ਹੁਕਮ ਨੂੰ ਅਸੀਂ ਮੰਨੀਏ, ਇਸ ਹੁਕਮ ਨੂੰ ਅਸੀਂ ਪਹਿਲੇ ਤਾਂ ਸਮਝੀਏ, ਦੇਖੀਏ, ਮੰਨੀਏ, ਫਿਰ ਉਹਨੂੰ ਆਪਣੇ ਜੀਵਨ ਵਿੱਚ ਢਾਲ ਲਈਏ ਤੇ ਸਾਡਾ ਜੀਵਨ ਸਫਲ ਹੋ ਜਾਏਗਾ। ਇਹ ਹੈ ਹੁਕਮ। ਤੇ ਜਿਨ੍ਹਾਂ ਨੇ ਹੁਕਮ ਮੰਨ ਲਿਆ ਫਿਰ ਉਹ ਹੋਮੇ ਨਹੀਂ ਮੰਨਦੇ। ਹੁਕਮੇ ਅੰਦਰ ਸਭ ਕੋ, ਇਹ ਜਿੰਨੀ ਸ੍ਰਿਸ਼ਟੀ ਸਾਰੀ ਹੁਕਮ ਅੰਦਰ ਹੈ। ਸੂਰਜ ਇੱਕ ਮਿੰਟ ਵਾਸਤੇ ਲੇਟ ਹੋ ਜਾਏ ਤੇ ਪਰਲੇ ਆ ਜਾਏਗੀ। ਧਰਤੀ 1 ਡਿਗਰੀ ਅਗਰ ਆਪਣੇ ਦੂਰ ਚਲੀ ਜਾਏ ਤੇ ਪਰਲੇ ਆ ਜਾਏਗੀ। 1 ਸੈਂਟੀਗ੍ਰੇਡ ਸਾਡਾ ਅਗਰ ਬਾਡੀ ਟੈਂਪਰੇਚਰ ਵੱਧ ਜਾਏ ਤਾਂ ਅਸੀਂ ਰੋਗੀ ਹੋ ਜਾਵਾਂਗੇ। ਇਹ ਕਿੰਨੇ ਮਾਇਊਟ ਤੇ ਇਹ ਛੱਡੋ, ਜਦ ਤੁਸੀਂ ਬਲੱਡ ਟੈਸਟ ਦੀ ਰਿਪੋਰਟ ਦੇਖੀ ਹੋਣੀ 0.01%, 0.02%, 0.033% ਤੇ ਤੁਹਾਡੇ ਅੰਦਰ ਚੀਜ਼ਾਂ ਪਈਆਂ ਹੋਈਆਂ ਨੇ, ਹੈ ਨਾ। ਉਹ ਅਗਰ 1.0 ਪੁਆਇੰਟ ਵੀ ਅਗਰ ਇੱਧਰ ਉੱਧਰ ਹੋ ਜਾਣ ਤੇ ਅਸੀਂ ਰੋਗੀ ਹੋ ਜਾਵਾਂਗੇ। ਤੇ ਇਹ ਸਾਰੇ ਦਾ ਸਾਰਾ ਜਿਹੜਾ ਅਟਲ ਹੁਕਮ ਹੈ ਉਸ ਕਰਤੇ ਦਾ ਹੈ। ਉਸ ਕਰਤੇ ਦੇ ਹੁਕਮ ਨੂੰ ਜੇ ਅਸੀਂ ਮੰਨਾਂਗੇ ਤੇ ਫਿਰ ਉਹਦਾ ਹੁਕਮ ਮੰਨਣ ਕਰਕੇ ਹੀ ਸਾਡੇ ਜੀਵਨ ਜਿਹੜਾ ਉਹ ਸਫਲ ਹੋਏਗਾ। ਇਸ ਕਰਕੇ ਹੁਕਮ ਦੀ ਬਹੁਤ ਵੱਡੀ ਮਹਾਨਤਾ ਹੈ, ਬਹੁਤ ਵੱਡੀ ਵਿਆਖਿਆ ਹੈ, ਔਰ ਗੁਰਬਾਣੀ ਅੱਧੇ ਤੋਂ ਜ਼ਿਆਦਾ ਸਾਨੂੰ ਇਹ ਸਮਝਾਉਂਦੀ ਹੈ ਕਿ ਤੁਸੀਂ ਹੁਕਮ ਮੰਨੋ, ਹੁਕਮ ਮੰਨੋ, ਹੁਕਮ ਮੰਨੋ ਔਰ ਹੁਕਮ ਮੰਨੋ। ਆਪ ਜੀ ਨੇ ਬੜੇ ਸੋਹਣੇ ਢੰਗ ਨਾਲ ਦੱਸਿਆ ਤੇ ਖਿਆਲ ਮੇਰੇ ਮਨ ਵਿੱਚ ਵੀ ਆ ਰਿਹਾ ਹੈ ਕਿ ਇਸ ਹੁਕਮ ਨੂੰ ਮੰਨਣ ਲਈ ਪਹਿਲੇ ਅਸੀਂ ਅਰਦਾਸ ਕਰੀਏ, ਮਹਾਰਾਜ ਜੀ ਸਾਨੂੰ ਇੰਨਾ ਬਲ ਬਖਸ਼ੋ ਕਿ ਅਸੀਂ ਇਹ ਹੁਕਮ ਮੰਨ ਸਕੀਏ। ਬੜੇ ਸੋਹਣੇ ਤਰੀਕੇ ਨਾਲ ਆਪਨੇ ਵਿਆਖਿਆ ਕੀਤੀ ਹੈ। ਆਪ ਜੀ ਦਾ ਅਤੀ ਧੰਨਵਾਦ, ਬਹੁਤ ਬਹੁਤ ਆਪ ਜੀ ਦਾ ਸ਼ੁਕਰੀਆ। ਔਰ ਫਿਰ ਕਦੀ ਅੱਗੇ ਵੀਡੀਓ ਅਸੀਂ ਜਿਹੜੀ ਬਣਾਵਾਂਗੇ ਹੋਰ ਨਵੇਂ ਸਬਜੈਕਟ ਲੈ ਕੇ ਇਹਨਾਂ ਨੂੰ ਆਪ ਜੀ ਨੂੰ। ਅੱਜ ਇੱਕ ਛੋਟੀ ਜਿਹੀ ਗੱਲ ਵਿੱਚ ਯਾਦ ਆ ਗਈ, ਦੱਸ ਦਿੰਦਾ। ਅੱਜ ਪੂਰੀ ਦੁਨੀਆ ਦੀ ਜਿਹੜੀ ਮੈਡੀਕਲ ਸਾਇੰਸ ਹੈ ਨਾ, ਉਹ ਕਹਿ ਰਹੀ ਹੈ ਅਗਰ ਮਨੁੱਖਤਾ ਨੂੰ ਰੋਗਾਂ ਤੋਂ ਦੂਰ ਹੋਣਾ ਹੈ ਤੇ ਉਹਨੂੰ ਨੈਚੁਰਲ ਹੋਣਾ ਪਏਗਾ। ਬਿਲਕੁਲ ਸੀ, ਬਿਲਕੁਲ। ਖਾਣਾ ਨੈਚੁਰਲ ਪਏਗਾ, ਰਹਿਣਾ ਨੈਚੁਰਲ ਪਏਗਾ, ਨੇਚਰ ਦੇ ਨਾਲ ਇੱਕ ਵਿਕਾਉਣਾ ਪਏਗਾ। ਨੇਚਰ ਕੀ ਹੈ? ਨੇਚਰ ਇਜ਼ ਗੋਡ, ਗੋਡ ਇਜ਼ ਨੇਚਰ। ਬਹੁਤ ਸੋਹਣੇ ਢੰਗ ਨਾਲ ਆਪ ਜੀ ਨੇ ਦੱਸਿਆ। ਆਪ ਜੀ ਨੂੰ, ਆਪ ਜੀ ਦੇ ਅਤੀ ਧੰਨਵਾਦੀ ਹਾਂ ਔਰ ਆਪ ਜੀ ਦਾ ਬਹੁਤ ਬਹੁਤ ਸ਼ੁਕਰੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।